किसान वीरों ते भैणों जय हिंद लैके हाज़र हाँ प्रोग्राम मेरा पिंड मेरे खेत। जिद्दां कि तुसीं सारे जाणदे ही हो कि इस प्रोग्राम च असीं वख-वख विषयां दे वख-वख माहरां नूं बुलाउंदे रहीदा। ते पाजे वाह जी वाह, वाह जी वाह, लंबड़दार जी लंघिया जय हिंद जी लंबड़दार जी, जय हिंद जी डॉक्टर साहब। डॉक्टर साहब राज खड़े सी, मैं कहा चलो प्रोग्राम देखो। डॉक्टर साहब अज पहली बारी आए आ, तुहानूं पता ही दस्सिया ही तुहानूं, तां तुसीं आ बड़ा वधिया काम। बैठो डॉक्टर साहब, बैठो लंबड़दार जी, बैठो। हाँ बैठो बैठो। सुनाओ ठीक ठाक हो? ਐਨ ਵਧੀਆ, ਤੁਸੀਂ ਸੁਣਾਓ ਕਿਵੇਂ ਹੋ? बहुत वधिया। ਤੁਸੀਂ बैठक सजाई है पूरी अज, बड़ा वधिया लगदा, बहुत सोहना लगदा। सजावट अज ਤੁਹਾਡੀ भी पूरी है। मैं बाद च गल करदा, ਤੁਸੀਂ डॉक्टर साहब ਨੂੰ ਜਾਣਦੇ ਆ? डॉक्टर साहब ਨੂੰ मैं ਤੁਹਾਡੇ ਰਾਹੀਂ ਜਾਣੂਗਾ, ਤੁਹਾਨੂੰ ਪਤਾ ਨਾਮ ਦਾ। ਅੱਜ ਡਾਕਟਰ ਸਾਹਿਬ ਆਪਣੇ ਕੋਲ ਪਹਿਲੀ ਵਾਰੀ ਆਏ ਆ। ਅੱਛਾ, ਹੈਨਾ, ਤੇ ਆਪਾਂ ਇਹਨਾਂ ਕੋਲੋਂ ਜਾਣਕਾਰੀ ਲੈਣੀ ਆ। ਇਹ ਆ ਡਾਕਟਰ ਰਸ਼ੂ ਮਹਿੰਦੀ ਰੱਤਾ ਜੀ। रशू मेहंदी रत्ता, वाह वाह। ये मच्छी प्रसार अफसर हैगे आ ते मोहाली तो आए अपने को। मोहाली अपनी सर्विस कर रहे हैं, ठीक है, बहुत अच्छी गल है जी। आए आ ते डॉक्टर साहब तुहाडे कोलों असीं जानकारी लैने आ जी। अच्छा, तुसीं सजावट दीयां गल्लां करदे आ, तुसीं घट सजे हो अज लंबड़दार जी। अच्छा, ये गल है, ਜਦੋਂ ਆਪਾਂ ਛੋਟੇ ਛੋਟੇ ਹੁੰਦੇ ਸੀ ਨਾ, ਉਦੋਂ ਅਲੱਗ ਤਰੀਕੇ ਦੇ ਪੇਪਰ ਹੁੰਦੇ ਸੀ। ਉਹਦੇ ਚ ਕੀ ਹੁੰਦਾ ਸੀ, ਜਿਹੜਾ ਸਵਾਲ ਲਿਖਦੇ ਸੀ ਉਹ ਲਾਲ ਪੈਨ ਨਾਲ ਲਿਖਦੇ ਸੀ ਤੇ ਨੀਲੇ ਪੈਨ ਨਾਲ ਉੱਤਰ ਲਿਖੀਦਾ ਸੀ। ਵਾਹ ਵਾਹ ਵਾਹ, ਬੜੀ ਲਾਲ ਪੱਗ ਬੰਨੀ ਆ, ਥੱਲੇੋਂ ਨੀਲੇ ਹੋ ਕੇ ਆਏ ਆ, ਪੂਰਾ ਪੈਕ ਇਹਨਾਂ ਪੇਪਰ ਪਾ ਕੇ ਆਏ ਕਿ। ਤੇਜਪਾਲ ਜੀ ਬੜੀ ਬਹੁਤ ਗੱਲ ਵਧੀਆ ਚੇਤੇ ਕਰਾਤੀ ਤੁਸੀਂ, ਯਾਦ ਕਰਾਤਾ। ਉਹ ਜ਼ਮਾਨਾ ਸੀ ਜਦੋਂ ਲਿਖਾਈ ਦੇ 5 ਨੰਬਰ ਵੱਧ ਮਿਲਦੇ ਹੁੰਦੇ ਸੀ, ਔਰ ਕੁਐਸਚਨ ਜਿਹੜਾ ਉੱਪਰ ਲਿਖਣਾ ਲਾਲ ਸਿਆਹੀ ਨਾਲ ਲਿਖਣਾ ਤੇ ਥੱਲੇ ਨੀਲੀ ਸਿਆਹੀ ਨਾਲ ਆਨਸਰ ਲਿਖਣਾ ਉਹਦਾ, ਠੀਕ ਹੈ। ਪੈਨ ਵੀ ਦੂਜੇ ਹੁੰਦੇ ਸੀ, ਪੈਨ ਦੂਸਰੇ ਹੁੰਦੇ ਸੀ, ਹੈਨਾ ਜੀ ਦੀ ਨਿਬ। ਆ ਜਿਹੜੇ ਬਾਲ ਪੈਨ ਹੁੰਦੇ ਇਹ ਨਹੀਂ ਹੁੰਦੇ। ਨੋ 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 ਨੋ, ਬਾਲ ਪੈਨ ਤਾਂ ਸਵਾਲ ਨਹੀਂ ਪੈਦਾ ਹੁੰਦਾ, ਕਲਮਾਂ ਤੇ ਨਿਬ, ਕਲਮਾਂ ਤੇ 8ਵੀਂ ਜਾ ਕੇ ਪੈਨ ਫੜਿਆ ਜਾਂਦਾ ਸੀ। ਹਾਂਜੀ ਬਿਲਕੁਲ ਬਿਲਕੁਲ, ਸੋ ਇਹ ਗੱਲ ਹੁੰਦੀ ਸੀ। ਲਿਖਾਈਆਂ ਬਹੁਤ ਸੋਹਣੀਆਂ ਹੁੰਦੀਆਂ, ਲਿਖਾਈਆਂ। ਉਹ ਤਾਂ ਤੁਸੀਂ ਸੁਣੀ ਹੋਣੀ ਗੱਲ, ਕਿਸੇ ਦਾਨਿਸ਼ਵਰ ਨੇ ਕਿਹਾ ਹੀ ਗੱਲ, ਸਕਾਲਰ ਨੇ ਕਹੀ ਹੈ ਕਿ ਕਿਸੇ ਬੰਦੇ ਤੇ 2 ਪੇਪਰ ਮੈਨੂੰ ਲਿਖ ਕੇ ਭੇਜ ਦਿਓ ਤਾਂ ਮੈਂ ਦੱਸ ਦੂੰ ਬੰਦਾ ਕਿੱਦਾਂ ਸੌਂਦਾ, ਕਿੱਦਾਂ ਤੁਰਦਾ, ਕਿੱਦਾਂ ਜਾਂਦਾ, ਕਿੱਦਾਂ ਆਉਂਦਾ, ਕਿਹਨਾਂ ਲੋਕਾਂ ਦਾ ਸੰਬੰਧ ਹੈ ਉਹਦੇ। ਦੇਖ ਲਓ, ਲਿਖਾਈ ਦਾ ਇਹ ਮਤਲਬ ਰਹਿਣ ਸਹਿਣ ਬੈਠਣ ਉੱਠਣ ਸਭ ਕੁਝ ਉਹ ਸਾਰਾ ਦੱਸ ਦੂਗਾ, ਸਾਰਾ ਲਿਖਾਈ ਤੋਂ ਪਤਾ ਲੱਗਦਾ। ਟੋਟਲ ਪਰਸਨੈਲਿਟੀ ਉਹਦੇ ਚ ਆ ਜਾਂਦੀ, ਉਹਦੇ ਚ ਆ ਜਾਏਗੀ। ਅੱਛਾ, ਪਰਸਨੈਲਿਟੀ ਦੀ ਗੱਲ ਕਰਦੇ ਆ, ਇਹਦੇ ਵਿੱਚ ਇੱਕ ਚੀਜ਼ ਹੋਰ ਆ। ਹਾਂਜੀ, ਆਪਾਂ ਆਪਣੇ ਜਿਹੜਾ ਵਿਵਹਾਰ ਆ, ਜਿਹੜਾ ਵਿਹਾਰ ਆ ਲੋਕਾਂ ਨਾਲ, ਉਹ ਬਦਲ ਗਏ ਬਹੁਤ। ਜਿੱਦਾਂ ਤੁਸੀਂ ਲੰਬੜਦਾਰ ਹੋ, ਐਡਾ ਦਾਰ ਲੱਗਦਾ ਪਿੱਛੇ। ਸਹੀ ਗੱਲ ਹੈ, ਥਾਣੇਦਾਰ ਹੈ, ਸੇਵਾਦਾਰ ਹੈ, ਹੌਲਦਾਰ ਹੈ, ਇਹ ਜਿਹੜੇ ਦਾਰ ਲੱਗਦੇ ਸੀ ਨਾ, ਇਹ ਸੇਵਾ ਦਾ ਪ੍ਰਤੀਕ ਸੀਗੇ। ਸੇਵਾ ਦਾ ਪ੍ਰਤੀਕ, ਬਿਲਕੁਲ। ਇਹ ਜ਼ਮੀਨਦਾਰੀ, ਰਿਸ਼ਤੇਦਾਰੀ, ਦੁਕਾਨਦਾਰੀ, ਜਿੱਥੇ ਦਾਰੀ ਲੱਗ ਗਿਆ, ਦਾਰ ਲੱਗ ਗਿਆ ਨਾ, ਉਹ ਸੇਵਾਦਾਰ ਕਹਾ ਜਾਂਦਾ। ਨੀਵੇਂ ਹੋ ਕੇ ਚੱਲਣ ਦੀ ਗੱਲ ਹੈ, ਬਿਲਕੁਲ। ਪਰ ਅਸੀਂ ਪੁੱਠੇ ਪਾਸੇ ਨੂੰ ਤੁਰ ਪਏ। ਅਸੀਂ ਲੋਕਾਂ ਦੀ ਭਲਾਈ ਕਰਨ ਦੀ ਬਜਾਏ ਅਸੀਂ ਰੋਹ ਪਾਉਣਾ ਸ਼ੁਰੂ ਕਰਤਾ ਜਦ ਕਿ ਭਲਾ, ਜਿਹੜਾ ਦੁਨੀਆ ਦਾ ਭਲਾ ਕਰਨ ਦਾ, ਇਹ ਦਾਰ ਇੱਕ ਤਗਮਾ ਆ, ਤਗਮਾ ਹਨਾ, ਤਗਮਾ। ਤੇ ਭਾਈ ਇਹ ਤੁਹਾਨੂੰ ਦਿੱਤੀ, ਅਸੀਂ ਜਗ੍ਹਾ ਦਿੱਤੀ ਆ, ਤੁਸੀਂ ਲੋਕਾਂ ਦਾ ਭਲਾ ਕਰੋ। ਤੇਜਪਾਲ ਜੀ, ਗੱਲ ਇਹ ਹੈ, ਆਪ ਗਵਾਈਏ ਤਾਂ ਸ਼ੌਹ ਪਾਈਏ, ਔਰ ਨਿਸ਼ਚਿਤ ਹੋਰ ਕੋਈ ਗੱਲ ਨਹੀਂ। ਆਪਣਾ ਆਪ ਗਵਾਉਣਾ ਪੈਂਦਾ ਭਲਾ ਕਰਨ ਵਾਸਤੇ। ਇੱਕ ਫਕੀਰ ਸੀ, ਏਦਾਂ ਉੱਪਰ ਪਹਾੜੀ ਤੇ ਰਹਿੰਦਾ ਸੀ, ਹੈ। ਉਹਨੇ ਕੀ ਕੀਤਾ, ਦੇਖਿਆ ਕਿ ਹੜ੍ਹ ਆ ਗਿਆ, ਥੱਲੇ ਕਰਿੰਦੇ ਕੰਮ ਕਰਦੇ, ਗੋਡੀ ਕਰਦੇ ਹੋਣੇ ਆ, ਉਹ ਆਵਾਜ਼ਾਂ ਮਾਰਦਾ, ਸੁਣਦਾ ਨਹੀਂ। ਕੀ ਕੀਤਾ, ਕਹਿੰਦਾ ਇਦਾਂ ਨਹੀਂ ਗੱਲ ਬਣਨੀ, ਮੈਂ ਝੁੱਗੀ ਨੂੰ ਅੱਗ ਲਾ ਦਿਆਂ, ਉਹਨੂੰ ਪਤਾ ਲੱਗ ਜਾਊਗਾ। ਜੋ ਅੱਗ ਲੱਗੀ ਤਾਂ ਉਹ ਕਹਿੰਦੇ ਭੱਜੋ, ਫਕੀਰ ਦਾ ਜਲ ਚੱਲੇ, ਪਤਾ ਨਹੀਂ ਕੀ ਹੋ ਗਿਆ। ਉੱਪਰ ਗਏ ਤਾਂ ਕਹਿੰਦੇ ਮਹਾਰਾਜ ਕੀ ਗੱਲ ਹੋਈ, ਕਹਿੰਦਾ ਇੱਧਰ ਦੇਖੋ ਹੜ੍ਹ ਆ ਗਿਆ, ਤੁਸੀਂ ਬਚ ਗਏ ਹੋ, ਮੈਂ ਘਰ ਗਿਆ, ਮੈਂ ਲੂ ਲਿਆ ਭਾਵੇਂ। ਤੇ ਫਿਰ ਉੱਥੇ ਬੜਾ ਵੱਡਾ ਮਕਰ ਬਣਾ ਕੇ ਦਿੱਤਾ। ਦੇਖੋ ਇਹ ਜਿਹੜੀ ਚੀਜ਼ ਆ ਨਾ, ਦੇਖੋ ਫਕੀਰ ਦੇ ਵਿੱਚ ਡਾਕਟਰ ਸਾਹਿਬ ਕਿੰਨੀ ਇੱਛਾ ਸੀ, ਕਿੰਨਾ ਭਲਾ ਕਰਨ ਨੂੰ ਆਪਣਾ ਘਰ ਸਾੜ ਲਿਆ। ਤੇ ਅੱਜ ਕੱਲ੍ਹ ਡਾਕਟਰ ਸਾਹਿਬ ਕੀ ਹੁੰਦਾ, ਅਸੀਂ ਲੋਕੀ ਕੋਈ ਸਿਆਣਾ ਬੰਦਾ ਸੜਕ ਇਧਰੋਂ ਉਧਰ ਜਾਂਦਾ ਹੋਵੇ ਨਾ, ਅਸੀਂ ਉਹਦੇ ਲਈ ਆਪਣੀ ਗੱਡੀ ਨੂੰ ਬ੍ਰੇਕ ਨਹੀਂ ਲਾਉਂਦੇ। ਸਾਡੀਆਂ ਆਦਤਾਂ ਇੰਨੀਆਂ ਬਦਲ ਗਈਆਂ, ਅਸੀਂ ਉਹ ਸਭ ਕੁਝ ਡਾਕਟਰ ਸਾਹਿਬ ਛੱਡਤਾ। ਬਿਲਕੁਲ ਬਿਲਕੁਲ। ਸੋ ਇਸ ਕਰਕੇ ਸਾਨੂੰ ਇਹ ਜਿਹੜਾ ਭਲਾਈ ਦਾ ਦੂਸਰਾ ਨਾ, ਕਰ ਭਲਾ ਹੋ ਭਲਾ, ਤੇ ਅੰਤ ਭਲੇ ਦਾ ਭਲਾ, ਇਹ ਕਦੇ ਨਹੀਂ ਛੱਡਣਾ ਚਾਹੀਦਾ। ਜੀ ਜੀ। ਤੇ ਮੰਡੀਆਂ ਦੇ ਭਾਅ ਆਏ ਆ, ਬਿਲਕੁਲ ਸੁਣਾਓ। ਮੰਡੀਆਂ ਦੇ ਭਾਅ ਜੀ ਅੱਜ ਜਿਹੜੇ ਆਏ ਆ ਜੀ, ਆਲੂ ਜਲੰਧਰ ਵਿਕਿਆ 220 ਰੁਪਏ ਕੁਆਂਟਲ ਜੀ, ਅੰਮ੍ਰਿਤਸਰ 500, मानसा 900 रुपए, अबोर 791 रुपए जी, हुशियारपुर 715 रुपए, ते रैया अज आलू विकिया 900 रुपये क्विंटल। बहुत ठीक रहा, बहुत ठीक है। प्याज जी जलंधर 1700 ते 50 रुपए, ठीक है। अमृतसर 1500 रुपए, मानसा 2300 रुपए जी, अबोर 2100 ते 45 रुपए, दुरुस्त है। हुशियारपुर 2200 रुपये, ते रैया भी सलाह ना प्याज अज विकिया 2200 रुपये, 2200 हिसाब, सोहना रेट है, सोहना आ। टमाटर जलंधर ते अमृतसर जी 600 रुपये क्विंटल, बराबर है। मानसा 1300, अबोर 1260 रुपये जी, हुशियारपुर 1100 रुपये, ते रैया टमाटर विकिया 1200 रुपए क्विंटल, प्रति क्विंटल, ठीक। बैंगन
1200 रुपये क्विंटल विकिया जलंधर जी, 1200 ही अमृतसर, ठीक, ते 2400 विकिया अज बैंगन जी मानसा, ठीक है, 1472 रुपये बैंगन अज क्विंटल विकिया अबोहर च, ठीक, ते हुशियारपुर विकिया बैंगन 1300 रुपये क्विंटल, ते रैया 1000 रुपये क्विंटल। बहुत अच्छा, ठीक है। घीया जलंधर 900 रुपया, अमृतसर 1200 रुपए जी, मानसा 1700 रुपए, अबोहर 705 रुपए, हुशियारपुर 1300 रुपये, ते रैया घीया अज विकिया 1000 रुपया। बहुत खूब है जी, बहुत खूब है, बिल्कुल मंडियां दे भाव आपां सुणाते नंबरदार जी। हुण आपां डॉक्टर साहब नाल गलबात करिए। गलबात करनी है, बड़ा अहम विषय है। डॉक्टर साहब अज जिहड़ी तुहाडे नाल असीं गल करनी है ना, ਉਹ ਹੈਗਾ ਮੱਛੀ ਪਾਲਣ ਵਿਭਾਗ ਦੀਆਂ ਮੱਛੀ ਪਾਲਕਾਂ ਨੂੰ ਸਹੂਲਤਾਂ। ਇਸ ਵਿਸ਼ੇ ਤੇ ਅਸੀਂ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ। ਸੋ ਕਿਸਾਨ ਵੀਰੋ ਤੇ ਭੈਣੋ, ਇਸ ਵਿਸ਼ੇ ਤੇ ਤੁਸੀਂ ਵੀ ਕੋਈ ਸਵਾਲ ਪੁੱਛਣਾ ਚਾਹੋ ਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ। ਫੋਨ ਨੰਬਰ ਨੇ 0181 281 4261 ਤੇ ਸਾਡਾ ਦੂਜਾ ਨੰਬਰ ਹੈ 0181 281 4264 ਜੀ। ਜਦੋਂ ਤੱਕ ਕਿਸੇ ਕਿਸਾਨ ਵੀਰ ਭੈਣ ਦਾ ਸਾਨੂੰ ਫੋਨ ਆਉਂਦਾ, ਡਾਕਟਰ ਸਾਹਿਬ ਆਪਾਂ ਗੱਲ ਸ਼ੁਰੂ ਕਰਦੇ ਹਾਂ ਜੀ। ਮੱਛੀ ਪਾਲਣ ਤਾਂ ਕਦੋਂ ਦਾ ਹੁੰਦਾ ਹੈ ਜੀ ਜੀ, ਸਹੂਲਤਾਂ ਵੀ ਦਿੰਦੀ ਆ ਸਰਕਾਰ। ਆ ਹੁਣ ਇੱਕ ਬੜਾ ਔਖਾ ਜਿਹਾ ਨਾਂ ਰੱਖ ਕੇ ਲੈਣਾ ਬੜਾ ਔਖਾ ਜਿਹਾ ਆ, ਇੱਕ ਯੋਜਨਾ ਆਈ ਆ, ਕਹਿੰਦੇ ਹੈ ਯੋਜਨਾ ਬਹੁਤ ਸੋਹਣੀ ਆ, ਨਾਂ ਥੋੜਾ ਜਿਹਾ ਔਖਾ, ਚਲੋ ਮਤਸਯ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਹੈ ਨਾ। ਜਿਹੜੇ ਪਹਿਲਾਂ ਮੱਛੀ ਪਾਲਣ ਹੋ ਰਿਹਾ ਸੀ, ਜਿਹੜੀਆਂ ਪਹਿਲਾਂ ਸਹੂਲਤਾਂ ਸੀ ਤੇ ਇਸ ਯੋਜਨਾ 'ਚ ਕੀ ਫਰਕ ਆ, ਇਹ ਸਾਨੂੰ ਥੋੜਾ ਜਿਹਾ ਸਮਝਾ ਦਿਓ ਵੀ ਇਹਦੇ ਵਿੱਚ ਕੀ ਕੀ ਫਾਇਦੇ ਆ ਜਿਹੜੇ ਅਸੀਂ ਲੈ ਸਕਦੇ ਹਾਂ। ਜੀ ਡਾਕਟਰ ਸਾਹਿਬ। ਤੇਜਪਾਲ ਜੀ, ਮੱਛੀ ਪਾਲਣ ਵਿਭਾਗ ਵੱਲੋਂ ਸ਼ੁਰੂ ਤੋਂ ਹੀ ਕਿਸਾਨਾਂ ਦੀ ਭਲਾਈ ਲਈ ਕੋਈ ਨਾ ਕੋਈ ਸਕੀਮ ਚਲਾਈ ਜਾਂਦੀ ਰਹੀ ਹੈ, ਪਰ ਹੁਣ ਸਾਲ 2021 ਤੋਂ ਇੱਕ ਨਵੀਂ ਸਕੀਮ ਆਈ ਹੈ, ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ। ਔਖਾ ਨਾਮ ਹੈ, ਅਸੀਂ ਆਸਾਨੀ ਨਾਲ ਇਹਨੂੰ PMMSY ਵੀ ਕਹਿ ਦਿੰਦੇ ਹਾਂ। ਜੀ ਜੀ। ਤੇ ਇਹ ਸਕੀਮ 5 ਸਾਲਾਂ ਲਈ ਚਲਾਈ ਜਾਣੀ ਹੈ, 2025 ਤੱਕ ਚੱਲੇਗੀ। ਇਸ ਸਕੀਮ ਵਿੱਚ ਇਹ ਸਭ ਤੋਂ ਵੱਡੀ ਸਕੀਮ ਹੈ ਤੇ ਸਕੀਮ ਵਿੱਚ ਹਰ ਪਹਿਲੂ ਨੂੰ ਕਵਰ ਕੀਤਾ ਗਿਆ ਹੈ ਜਿਹੜੇ ਮੱਛੀ ਪਾਲਣ ਦੇ ਖੇਤਰ ਦੇ ਹਨ, ਚਾਹੇ ਉਹ ਮੱਛੀ ਦੇ ਮੰਡੀਕਰਨ ਸੰਬੰਧੀ ਹੋਏ, ਚਾਹੇ ਮੱਛੀ ਦੇ ਉਤਪਾਦਨ ਨਾਲ ਰਿਲੇਟਡ ਹੋਏ, ਚਾਹੇ ਇਹ ਮੱਛੀ ਦੇ ਇਨਫਰਾਸਟ੍ਰਕਚਰ ਜੋ ਬੁਨਿਆਦੀ ਢਾਂਚਾ ਹੈ ਉਹਦੇ ਨਾਲ ਰਿਲੇਟਡ ਹੋਏ ਜਾਂ ਪ੍ਰੋਸੈਸਿੰਗ ਨਾਲ ਹੋਏ। ਤੇ ਜੇ ਕੋਈ ਵੀ ਇਸ ਦਾ ਲਾਭ ਲੈਣਾ ਚਾਹੁੰਦਾ ਹੈ ਤੇ ਉਹਦੇ ਲਈ ਪ੍ਰੋਜੈਕਟ ਹੈ ਜਿਹਦੇ ਮਤਲਬ ਪੂੰਗ ਤੋਂ ਲੈ ਕੇ ਖਾਣ ਤੱਕ ਸਾਰਾ ਕੁਝ ਕਵਰ ਕਰ ਸਕਦਾ ਹੈ। ਬਿਲਕੁਲ, ਪੂੰਗ ਵੀ, ਹੈਚਰੀ ਵੀ ਜੇ ਉਹਨੇ ਲਗਾਣੀ ਹੋਏ ਉਹਨੂੰ ਉਹਦੇ ਲਈ ਸੁਵਿਧਾ ਮਿਲੇਗੀ। ਇਸ ਸਕੀਮ ਅਧੀਨ ਕਿਸੇ ਵੀ ਪ੍ਰੋਜੈਕਟ ਲਈ ਜੇ ਜਨਰਲ ਕੈਟੇਗਰੀ ਦਾ ਲਾਭਪਾਤਰੀ ਹੈ ਤੇ ਉਹਨੂੰ 60% 40% ਸਬਸਿਡੀ ਮਿਲੇਗੀ। ਜੇ SC ਕੈਟੇਗਰੀ ਹੈ, ST ਕੈਟੇਗਰੀ ਹੈ ਜਾਂ ਔਰਤਾਂ ਹੈ ਤੇ ਉਹਨਾਂ ਨੂੰ 60% ਸਬਸਿਡੀ ਮਿਲੇਗੀ। ਠੀਕ ਹੈ, ਠੀਕ ਹੈ। 40% ਤੇ 60%, ਬਹੁਤ ਅੱਛੀ ਸਹੂਲਤ ਹੈ ਇਹ, ਬਹੁਤ ਅੱਛੀ ਸਬਸਿਡੀ ਹੈ। ਬਿਲਕੁਲ ਬਿਲਕੁਲ ਸਹੀ ਗੱਲ ਹੈ। ਅੱਛਾ ਡਾਕਟਰ ਸਾਹਿਬ, ਬੜਾ ਇੱਕ ਅਹਿਮ ਵਿਸ਼ਾ ਹੈ, ਨਿਵੇਕਲਾ ਵਿਸ਼ਾ ਹੈ। ਜਦੋਂ ਕਿਸਾਨ ਵੀਰ ਇਸ ਪਾਸੇ ਨੂੰ ਸੋਚਣਗੇ ਵੀ ਮੈਂ ਮੱਛੀ ਪਾਲਣ ਦਾ ਕੰਮ ਕਰਨਾ ਹੈ, ਤਲਾਬ ਬਣਾਉਣਾ ਹੈ, ਉਹ ਤਲਾਬ ਬਣਾਉਣ ਵਾਸਤੇ ਕੋਈ ਸਹੂਲਤਾਂ ਜਿਹੜੀ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਕੀਮ ਤਹਿਤ, ਉਹ ਕਿਹੜੀਆਂ ਹੋਣਗੀਆਂ? ਹਾਂਜੀ, ਜੇ ਕੋਈ ਨਵਾਂ ਤਲਾਬ ਬਣਾਉਣਾ ਚਾਹੁੰਦਾ ਹੈ ਤੇ ਤਲਾਬ ਦੀ ਪਟਾਈ ਜਾਂ ਕੈਪੀਟਲ ਖਰਚਾ ਜਿਹਦੇ ਵਿੱਚ ਪਟਾਈ ਵੀ ਆ ਗਈ, ਏਰੀਏਟਰ ਆ ਗਏ, ਟਿਊਬਵੈਲ ਦਾ ਖਰਚਾ ਆ ਗਿਆ, ਉਹਦੇ ਲਈ ਸਕੀਮ ਦੇ ਅੰਡਰ 7 ਲੱਖ ਰੁਪਏ ਦੀ ਯੂਨਿਟ ਕਾਸਟ ਨਿਰਧਾਰਿਤ ਕੀਤੀ ਗਈ ਹੈ ਜੀ। 7 ਲੱਖ। ਹਾਂਜੀ। ਇਸੇ ਤਰ੍ਹਾਂ ਤਲਾਬ ਵਿੱਚ ਜੋ ਇਨਪੁਟਸ ਪੈਣੇ ਮੱਛੀ। ਅੱਛਾ, ਯੂਨਿਟ ਤੁਸੀਂ ਦੱਸਿਆ, ਯੂਨਿਟ ਕਿੰਨਾ ਹੁੰਦਾ ਹੈ? ਹਾਂਜੀ, ਯੂਨਿਟ 1 ਹੈਕਟੇਅਰ ਦੇ ਯੂਨਿਟ ਲਈ 2.5 ਏਕੜ। ਹਾਂਜੀ, 2.5 ਏਕੜ। ਠੀਕ ਹੈ ਜੀ, ਠੀਕ ਹੈ। ਤੇ ਇਸੇ ਤਰ੍ਹਾਂ ਜਿਹੜਾ ਇਨਪੁਟ ਪੈਣਾ ਹੈ, ਮੱਛੀ ਦਾ ਪੂੰਗ ਪੈਣਾ ਹੈ, ਫੀਡ ਪੈਣੀ ਹੈ, ਤੇ ਉਹਦੇ ਲਈ 4 ਲੱਖ ਰੁਪਏ ਦੀ ਯੂਨਿਟ ਕਾਸਟ ਨਿਰਧਾਰਿਤ ਹੈ। ਤੇ ਇਹਦਾ ਮਤਲਬ 1 ਕਿੱਲੇ ਲਈ ਕੁੱਲ 11 ਲੱਖ ਦੀ ਯੂਨਿਟ ਕਾਸਟ ਤੇ ਸਬਸਿਡੀ ਦਿੱਤੀ ਜਾਏਗੀ। ਅੱਛਾ ਜੀ। ਇਹਦੇ ਵਿੱਚ ਸਾਰਾ ਖਰਚਾ ਹੀ ਕਵਰ ਹੋ ਜਾਂਦਾ ਹੈ ਜਿਹਦੇ ਤੇ ਕਿਸਾਨ ਨੂੰ ਸਬਸਿਡੀ ਮਿਲਦੀ ਹੈ। ਹਾਂ, ਜੇ ਤਰੀਕੇ ਨਾਲ ਕਰੋ ਕੰਮ ਤੇ ਇਹਦੇ ਚ ਤਕਰੀਬਨ ਸਾਰਾ ਕੁਝ ਹੀ ਕਵਰ ਹੋ ਜਾਂਦਾ। ਹਾਂਜੀ ਹਾਂਜੀ। ਠੀਕ ਹੈ, ਠੀਕ ਹੈ, ਬਿਲਕੁਲ ਜੀ। ਹਾਂਜੀ। ਅੱਛਾ ਡਾਕਟਰ ਸਾਹਿਬ, ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਅਲੱਗ-ਅਲੱਗ ਮਿੱਟੀ ਆ, ਅਲੱਗ-ਅਲੱਗ ਹਲਕੇ ਆ, ਹਨਾ, ਅਲੱਗ-ਅਲੱਗ ਤਰ੍ਹਾਂ ਦਾ ਪਾਣੀ ਵੀ ਆ, ਕਿਤੇ ਮਿੱਠਾ ਆ, ਕਿਤੇ ਖਾਰਾ ਆ। ਹਾਂਜੀ। ਹੁਣ ਖਾਰੇ ਪਾਣੀ ਵਾਲੇ ਜਿਹੜੇ ਆ, ਜੇ ਉਹਨਾਂ ਨੇ ਮੱਛੀ ਪਾਲਣ ਕਰਨਾ ਹੋਵੇ, ਕਿਉਂਕਿ ਮੱਛੀ ਤੇ ਹੈ ਹੀ ਪਾਣੀ ਦਾ ਜੀਵ ਆ, ਲੰਬੜਦਾਰ ਜੀ, ਤੇ ਖਾਰੇ ਪਾਣੀ 'ਚ ਉਹ ਮੱਛੀ ਆਪਾਂ ਪਾਲਣ ਕਰ ਸਕਦੇ ਆ? ਹਾਂਜੀ, ਮੱਛੀ ਪਾਲਣ ਵਿਭਾਗ ਵੱਲੋਂ ਬਹੁਤ ਲੰਬੇ ਸਮੇਂ ਤੋਂ ਇਹ ਖਾਰੇ ਪਾਣੀ ਵਾਲੇ ਇਲਾਕੇ ਵਿੱਚ ਮੱਛੀ ਪਾਲਣ ਕਰਵਾਇਆ ਜਾ ਰਿਹਾ ਹੈ। ਅੱਛਾ ਜੀ। ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਫਿਰੋਜ਼ਪੁਰ, ਬਠਿੰਡਾ, ਮਾਨਸਾ, ਫਰੀਦਕੋਟ, ਉਧਰ ਬਹੁਤ। ਹਾਂਜੀ ਹਾਂਜੀ, ਇੱਥੇ ਬਹੁਤ ਅੱਛਾ ਉਤਪਾਦਨ ਕਿਸਾਨ ਲੈ ਰਹੇ ਹਨ। ਅੱਛਾ ਜੀ। ਪਰ ਸਾਲ 2016 ਵਿੱਚ ਵਿਭਾਗ ਵੱਲੋਂ ਇੱਕ ਤਜਰਬਾ ਕੀਤਾ ਗਿਆ ਸੀ ਝੀਂਗਾ ਪਾਲਣ ਦਾ। 1 ਕਿੱਲੇ ਤੋਂ ਸ਼ੁਰੂ ਕੀਤਾ ਗਿਆ ਸੀ। ਉਹ ਇੰਨਾ ਜ਼ਿਆਦਾ ਸਫਲਤਾ ਉਹਦੇ ਵਿੱਚ ਪ੍ਰਾਪਤ ਹੋਈ ਹੈ ਕਿ ਹੁਣ ਉਹ 700 ਕਿੱਲੇ ਪਾਰ ਕਰ ਗਿਆ।
ਪੰਜਾਬ ਵਿੱਚ 700 ਏਕੜ ਤੋਂ ਵੱਧ ਰਕਬਾ ਹੁਣ ਝੀਂਗਾ ਪਾਲਣ ਅਧੀਨ ਹੈ। ਮਤਲਬ ਮੱਛੀ ਦੀ ਥਾਂ ਉਹਨੇ ਝੀਂਗਾ ਪਾਲਣਾ ਸ਼ੁਰੂ ਕਰਤਾ। ਹਾਂਜੀ, ਇੱਥੇ ਇੱਕ ਚੀਜ਼ ਹੈ ਕਿ ਜਿਹਦੀ ਪਾਣੀ ਦੀ ਜਿਹੜੀ ਖਾਰਾਪਨ ਹੈ, ਸੈਲਿਨਿਟੀ ਹੈ, ਉਹ 5 PPT ਤੋਂ ਵੱਧ ਹੋਏ ਤਾਂ ਹੀ ਝੀਂਗਾ ਪਾਲਣ ਹੋ ਸਕਦਾ ਹੈ। ਅੱਛਾ, ਉਹ ਪਹਿਲਾਂ ਚੈੱਕ ਕਰਾਉਣਾ ਚਾਹੀਦਾ। ਹਾਂਜੀ, ਉਹ ਚੈੱਕ ਕਰਾ ਕੇ ਹੀ ਝੀਂਗਾ ਪਾਲਣ ਹੋ ਸਕਦਾ ਹੈ ਤੇ ਬਹੁਤ ਵਧੀਆ ਮੁਨਾਫਾ ਹੈ। ਜਿੱਥੇ ਵੀ ਇਹ ਹੈ ਕਿਸਾਨਾਂ ਨੂੰ 4 ਤੋਂ 5 ਲੱਖ ਪ੍ਰਤੀ ਏਕੜ ਮੁਨਾਫਾ ਪ੍ਰਾਪਤ ਹੋ ਰਿਹਾ ਹੈ। ਠੀਕ ਹੈ। ਇਹਦੇ ਲਈ ਸਕੀਮ ਅਧੀਨ ਜਿਹੜਾ ਕੈਪੀਟਲ ਖਰਚਾ ਹੈ ਤਲਾਬ ਬਣਾਉਣ ਲਈ 8 ਲੱਖ ਰੁਪਏ ਦੀ ਯੂਨਿਟ ਕਾਸਟ ਫਿਕਸ ਕੀਤੀ ਗਈ ਹੈ ਔਰ ਜੋ ਵੀ ਇਨਪੁਟ ਖਰਚਾ ਹੈ ਜਿਵੇਂ ਝੀਂਗੇ ਦਾ ਪੂੰਗ, ਫੀਡ ਵਗੈਰਾ, ਇਹਦੇ ਲਈ 6 ਲੱਖ ਰੁਪਏ ਦੀ ਯੂਨਿਟ ਕਾਸਟ ਹੈ ਤੇ 1 ਕਿੱਲੇ ਤੇ 14 ਲੱਖ ਰੁਪਏ ਦੀ ਯੂਨਿਟ ਕਾਸਟ ਨਿਰਧਾਰਿਤ ਹੈ ਜਿਹਦੇ ਤੇ ਸਬਸਿਡੀ ਮਿਲੇਗੀ। ਅੱਛਾ, ਬਹੁਤ ਠੀਕ ਹੈ। ਉਹਦੇ ਨਾਲੋਂ ਜ਼ਿਆਦਾ ਫੇਰ ਤੇ ਜ਼ਿਆਦਾ ਬਿਲਕੁਲ ਜੀ। ਅੱਛਾ ਤੇਜਪਾਲ ਜੀ, ਗੱਲ ਇਹਦਾ ਆਪਣਾ ਬਣਤਾ ਨਹੀਂ ਹੈਗਾ। ਆਹੋ, ਉਹ ਜ਼ਮੀਨ ਤਾਂ ਕੋਈ ਥੋੜੀ ਜਿਹੀ ਹੈ। ਉਹ ਵੀ ਗੱਲ ਕਰਦਾ ਸੀ, ਕਹਿੰਦਾ ਮੱਛੀ ਪਾਲਣ ਦਾ ਮੈਂ ਕੰਮ ਕਰਨਾ। ਉਹ ਤਾਂ ਮੈਨੂੰ ਵੀ ਇੱਕ ਦਿਨ ਪੁੱਛਦਾ ਸੀ। ਹਾਂ, ਤੇ ਮੈਂ ਗੱਲ ਦੱਸਾਂ ਵੀ ਮੈਂ ਡਾਕਟਰ ਨੂੰ ਪੁੱਛਾਂ ਵੀ ਕਿੰਨੇ ਜਿਹੜੇ ਬੇਜ਼ਮੀਨੇ ਲੋਕ ਹੈ ਜਾਂ ਜਿਹਨਾਂ ਕੋਲ ਜ਼ਮੀਨ ਬਹੁਤ ਘੱਟ ਹੈ, ਉਹ ਕਿਸ ਤਰ੍ਹਾਂ ਦਾ ਤਰੀਕਾ ਅਪਣਾਉਣ, ਕਿਸ ਤਰ੍ਹਾਂ ਜਾ ਕੇ ਤੁਹਾਡੇ ਨਾਲ ਸੰਪਰਕ ਕਰਨ ਕਿ ਉਹਨਾਂ ਨੂੰ ਆਪਣੀ ਸਹੂਲਤਾਂ ਮਿਲ ਸਕਣ। ਹਾਂਜੀ, ਜਿਹਦੇ ਕੋਲ ਜ਼ਮੀਨ ਨਹੀਂ ਹੈ ਉਹ ਵੀ ਮੱਛੀ ਪਾਲਣ ਦਾ ਕਿੱਤਾ ਕਰ ਸਕਦਾ ਹੈ। ਉਹ ਜ਼ਮੀਨ ਲੀਜ਼ ਤੇ ਲੈ ਕੇ 10 ਸਾਲਾਂ ਲਈ ਲੀਜ਼ ਤੇ ਲੈ ਕੇ ਕਿੱਤਾ ਕਰ ਸਕਦਾ ਹੈ। ਪੰਚਾਇਤੀ ਜ਼ਮੀਨ ਵੀ ਲੀਜ਼ ਤੇ ਲੈ ਸਕਦਾ ਹੈ ਜਾਂ ਕਿਸੇ ਤੋਂ ਜ਼ਮੀਨ ਰਜਿਸਟਰਡ ਪੱਟੇ ਤੇ ਲੈ ਕੇ ਕੰਮ ਕਰ ਸਕਦਾ ਹੈ। ਉਹ ਸਬਸਿਡੀ ਲਈ ਵੀ ਐਲੀਜੀਬਲ ਹੋਏਗਾ। ਕਿੰਨੀ ਦੇਰ ਲਈ ਜ਼ਮੀਨ ਲਵੇ? ਮਤਲਬ 10 ਸਾਲ ਲਈ। 10 ਸਾਲ ਦੀ ਹੋਵੇ ਲੀਜ਼, ਉਹ ਤੋਂ ਘੱਟ ਨਾ ਹੋਵੇ। ਨਹੀਂ, ਉਹ ਤੋਂ ਘੱਟ ਨਹੀਂ। ਅੱਛਾ, ਉਹ ਤੋਂ ਘੱਟ ਤੇ ਸਬਸਿਡੀ ਨਹੀਂ ਮਿਲੇਗੀ। ਹਾਂ। ਤੇ ਜੇ ਕਿਸੇ ਬੰਦੇ ਕੋ ਹੁਣ ਘੱਟ ਰਕਬਾ ਹੋਵੇ, ਹਾਂਜੀ, ਜਿਹਦੇ ਘਰ ਦੀ ਜ਼ਮੀਨ ਹੋਵੇ, ਹੈਗੀ ਆ ਕਈਆਂ ਕੋ ਘੱਟ ਰਕਬੇ ਵਿੱਚ ਵੀ ਕਿਸੇ ਤਰ੍ਹਾਂ ਕੀਤਾ ਜਾ ਸਕਦਾ ਮੱਛੀ ਪਾਲਣ? ਕੋਈ ਤਰੀਕਾ ਹੈਗਾ ਉਹਦਾ ਵੀ? ਹਾਂਜੀ, ਹੁਣ ਮੱਛੀ ਪਾਲਣ ਦੀ ਬਹੁਤ ਹੀ ਇਨੋਵੇਟਿਵ ਤਕਨੀਕਾਂ ਆ ਗਈਆਂ ਨੇ। ਉਹਦੇ ਵਿੱਚੋਂ ਇੱਕ ਹੈ ਰੀਸਰਕੂਲੇਟਰੀ ਐਕਵਾਕਲਚਰ ਸਿਸਟਮ, ਉਹਨੂੰ RAS ਵੀ ਕਹਿੰਦੇ ਆ। ਇਹਦੇ ਵਿੱਚ ਟੈਂਕਾਂ ਵਿੱਚ ਮੱਛੀ ਪਾਲਣ ਕੀਤਾ ਜਾਂਦਾ ਹੈ ਤੇ 1 ਤੋਂ 2 ਕਨਾਲ ਜਗ੍ਹਾ ਹੀ ਕਾਫੀ ਹੁੰਦੀ ਹੈ। ਅੱਛਾ ਜੀ, ਇਹ ਪਹਿਲਾਂ ਪਿਛਲੇ ਸਾਲ ਇਹ ਸਕੀਮ ਦਾ ਵੱਡਾ ਇਸ ਯੂਨਿਟ ਦਾ 50 ਲੱਖ ਦੇ ਯੂਨਿਟ ਤੇ ਸਬਸਿਡੀ ਦਿੱਤੀ ਜਾਣੀ ਸੀ ਤੇ ਇਹਦੇ ਵਿੱਚ 8 ਟੈਂਕਾਂ ਦਾ ਸਿਸਟਮ ਹੁੰਦਾ ਹੈ। ਅੱਛਾ, ਉਹਦੇ ਵਿੱਚ ਟੈਂਕ ਬਣਦੇ ਕਿਸੇ ਤਰ੍ਹਾਂ? ਅੱਛਾ, ਤੇ 50 ਲੱਖ ਰੁਪਈਆ ਲੱਗਦਾ ਜੀ। ਤੇ ਬਹੁਤ ਸਾਰੇ ਕਿਸਾਨ, ਚਾਹਵਾਨ ਕਿਸਾਨ ਵੀ ਕਤਰਾਂਦੇ ਸੀ ਕਿ ਇੰਨੀ ਇਨਵੈਸਟਮੈਂਟ ਕਰਕੇ ਕੀਤਾ ਕਰਨ ਲਈ, ਤੇ ਹੁਣ ਇਸ ਸਕੀਮ ਅਧੀਨ ਘੱਟ ਯੂਨਿਟ ਕਾਸਟ ਵਾਲੇ RAS ਤੇ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਅੱਛਾ, 25 ਲੱਖ ਵਾਲੇ ਯੂਨਿਟ ਤੇ ਜਿਹਦੇ ਵਿੱਚ 6 ਟੈਂਕ ਲੱਗਣਗੇ ਜਾਂ 7.5 ਲੱਖ ਰੁਪਏ ਵਾਲੇ ਯੂਨਿਟ ਤੇ ਜਿਹਦੇ ਵਿੱਚ ਇੱਕ ਟੈਂਕ ਵਿੱਚ ਵੀ ਬੰਦਾ ਟ੍ਰਾਇਲ ਕਰਕੇ ਸਿੱਖ ਸਕਦਾ ਹੈ, ਉਹ ਯੂਨਿਟ ਤੇ ਵੀ ਸਬਸਿਡੀ ਦਿੱਤੀ ਜਾ ਰਹੀ ਹੈ। ਅੱਛਾ, ਇਹਦੇ ਵਿੱਚ ਰੀਸਰਕੂਲੇਟਰੀ ਐਕਵਾਕਲਚਰ ਸਿਸਟਮ ਦਾ ਮਤਲਬ ਹੈ ਕਿ ਪਾਣੀ ਨੂੰ ਬਾਰ-ਬਾਰ ਸਰਕੂਲੇਟ ਕਰਨਾ, ਉਹਨੂੰ ਫਿਲਟਰ ਕਰਕੇ ਦੁਬਾਰਾ ਯੂਜ਼ ਕਰਨਾ ਤਾਂ ਕਿ ਪਾਣੀ ਦੀ ਵਰਤੋਂ ਘੱਟ ਹੋਵੇ। ਤੇ ਬਹੁਤ ਹੀ ਭਵਿੱਖ ਹੈ ਮੱਛੀ ਪਾਲਣ ਦਾ, ਕਿਉਂਕਿ ਇਹਦੇ ਵਿੱਚ ਘੱਟ ਜ਼ਮੀਨ ਤੇ ਘੱਟ ਪਾਣੀ ਦੀ ਵਰਤੋਂ ਕਰਕੇ ਮੱਛੀ ਪਾਲਣ ਕੀਤਾ ਜਾ ਰਿਹਾ ਹੈ। ਅੱਛਾ, ਇਹਦੇ ਵਿੱਚ ਪਾਣੀ ਵੀ ਘੱਟ, ਕਿਉਂਕਿ ਚਲੋ ਜਗ੍ਹਾ ਘੱਟ ਆ ਤੇ ਪਾਣੀ ਵੀ ਘੱਟ ਹੋਏਗਾ ਤੇ ਉਹਨੂੰ ਹੀ ਦੁਬਾਰਾ ਆਪਾਂ ਵਰਤੀਦਾ ਜੀ। ਹਾਂਜੀ, ਉਹਨੂੰ ਫਿਲਟਰ ਕਰਕੇ ਵਰਤੀਦਾ ਹੈ। ਔਰ ਇਹਦੀ ਖੂਬੀ ਹੈ ਕਿ ਜਿੰਨਾ 1.5 ਕਿੱਲੇ ਤੋਂ ਮੱਛੀ ਦਾ ਉਤਪਾਦਨ ਪ੍ਰਾਪਤ ਹੋ ਸਕਦਾ ਹੈ ਉਹਨਾਂ ਇਹਦੇ ਇੱਕ ਟੈਂਕ ਤੋਂ ਵੀ ਲੈ ਸਕਦੇ ਨੇ। ਬਹੁਤ ਵਧੀਆ ਮੱਛੀ ਦਾ ਉਤਪਾਦਨ ਪ੍ਰਾਪਤ ਹੋ ਸਕਦਾ ਹੈ। ਤੇ ਉਦਾਂ ਜਿਹੜੇ 2 ਕਨਾਲ ਦੇ ਵਿੱਚ ਆਪਾਂ ਟੈਂਕ ਤੇ ਕਿੰਨੇ ਬਣਾ ਲਈਦੇ ਆ ਨਾ? ਹਾਂਜੀ, ਇਹਦੇ ਵਿੱਚ ਉਹੀ ਹੈ ਕਿ ਵੱਧ ਤੋਂ ਵੱਧ 8 ਟੈਂਕਾਂ ਤੇ 50 ਲੱਖ ਰੁਪਏ ਦੇ ਉਹਦੇ ਤੇ ਸਬਸਿਡੀ ਮਿਲੇਗੀ। ਅੱਛਾ ਜੀ। ਇਸੇ ਤਰ੍ਹਾਂ ਇੱਕ ਸਬਸਿਡੀ ਉਹੀ 40% ਹੀ? ਹਾਂਜੀ, ਸਬਸਿਡੀ ਉਹੀ ਹੈ। ਠੀਕ ਹੈ ਜੀ। ਇਸੇ ਤਰ੍ਹਾਂ ਜੇ ਇੱਕ ਹੋਰ ਟੈਕਨੀਕ ਹੈ ਬਾਇਓਫਲੌਕ ਕਲਚਰ ਸਿਸਟਮ। ਇਹ ਵੀ ਇੱਕ ਨਵੀਨਤਾਕਾਰੀ ਟੈਕਨੋਲੋਜੀ ਹੈ। ਇਹਦੇ ਵਿੱਚ ਕੁਝ ਸੂਖਮ ਜੀਵਾਣੂ ਦੀ ਸਹਾਇਤਾ ਨਾਲ ਮੱਛੀ ਦੇ ਵੇਸਟ ਨੂੰ, ਉਹਦੇ ਮਲ ਮੂਤਰ ਨੂੰ ਹੀ ਫੀਡ ਵਿੱਚ ਕਨਵਰਟ ਕੀਤਾ ਜਾਂਦਾ ਹੈ ਤੇ ਉਸ ਤਰ੍ਹਾਂ ਮੱਛੀ ਦੀ ਫੀਡ ਦੀ ਖਪਤ ਬਹੁਤ ਘੱਟ ਹੋ ਜਾਂਦੀ ਹੈ। ਇਹਦੇ ਵੀ 3 ਤਰ੍ਹਾਂ ਦੇ ਯੂਨਿਟ ਹੈ, 50 ਲੱਖ ਦੇ ਹੈ, 25 ਲੱਖ ਦੇ ਹੈ ਤੇ 7.5 ਲੱਖ ਦੇ ਹੈ ਤੇ ਉਹਦੇ ਤੇ ਸਬਸਿਡੀ ਮਿਲਦੀ ਹੈ। ਪਰ ਇਹਦੇ ਵਿੱਚ ਮੈਂ ਇਹ ਜ਼ਰੂਰ ਕਹਿਣਾ ਚਾਹਾਂਗੀ ਕਿ ਬਹੁਤ ਸਾਰੇ ਨੌਜਵਾਨ YouTube ਤੇ ਵੀਡੀਓਜ਼ ਦੇਖ ਕੇ ਇਹ ਕੀਤਾ ਕਰ ਰਹੇ ਨੇ। ਇਹਦੇ ਲਈ RAS ਜਾਂ ਬਾਇਓਫਲੌਕ ਲਗਾਉਣ ਲਈ ਟ੍ਰੇਨਿੰਗ ਬਹੁਤ ਜ਼ਰੂਰੀ ਹੈ, ਨਹੀਂ ਤੇ ਘਾਟਾ ਪੈ ਸਕਦਾ ਹੈ ਤੇ ਕਿਸਾਨਾਂ ਨੂੰ ਪ੍ਰੋਪਰ ਟ੍ਰੇਨਿੰਗ ਲੈ ਕੇ ਹੀ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਬਹੁਤ ਖੂਬ ਹੈ ਜੀ, ਬਹੁਤ ਖੂਬ ਹੈ। ਅੱਛਾ, ਡਾਕਟਰ ਰਸ਼ੂ ਮਹਿੰਦੀ ਰੱਤਾ ਜੀ ਬੜੀ ਵਧੀਆ ਜਾਣਕਾਰੀ ਦੇ ਰਹੇ, ਨਿਵੇਕਲੀ ਕਿਸਮ ਦੀ ਜਾਣਕਾਰੀ ਹੈ। ਜਦੋਂ ਆਪਾਂ ਦੇਖਦੇ ਆ ਕਿ ਵੀ ਕੰਮ ਸ਼ੁਰੂ ਕਰਨਾ, ਪਤਾ ਨਹੀਂ ਤੇਜਪਾਲ ਜੀ ਹੋਵੇ ਕਿ ਨਾ ਹੋਵੇ, ਆਹ ਹੁੰਦਾ ਮਨ ਚ ਹੁੰਦਾ ਹੀ ਆ। ਬਿਲਕੁਲ ਬਿਲਕੁਲ। ਇਹ ਜਿਹੜਾ ਰਿਸਕ ਕਵਰ ਕਰਨ ਵਾਸਤੇ ਕੋਈ ਬੀਮਾ ਸਹੂਲਤਾਂ ਵੀ ਦਿੱਤੀਆਂ ਸਰ ਆਪਣੀ ਇਸ ਸਕੀਮ ਤਹਿਤ? ਹਾਂਜੀ, ਇਸ ਸਕੀਮ ਤਹਿਤ जो भी मच्छी विक्रेता हैं या मछेरे हैं या मच्छी पालक हैं उन्हां दा सरकार वालों मुफ्त बीमा किया जाता है। उहदे विच जे परमात्मा ना करे कोई अनहोनी हो जाती है तो बीमा धारक की फैमिली नूं 5 लाख रुपए की सुविधा दी जाती है। जे कोई आंशिक अंगहीनता हो जाती है बीमा धारक नूं ते 2.5 लाख रुपए की राशि अदा की जाती है। बिल्कुल ठीक है, बड़ी अच्छी सहूलत है। अच्छी सहूलत है।
ਦੇਖੋ ਲੰਬੜਦਾਰ ਹੋਣਾ ਕੋ ਤਾਂ ਪੈਸੇ ਬਥੇਰੇ ਉਦਾਂ ਹੀ ਪੁੱਛਦੇ ਆ ਬੀਮੇ ਦਾ। ਪੈਸੇ ਸਾਡੇ ਕਿਸਾਨ ਵੀਰਾਂ ਕੋ ਬਹੁਤ ਹੈ, ਮੈਂ ਤਾਂ ਸਮਾਂ ਲੰਬੜਦਾਰ ਹੋਣਾ ਨੂੰ ਪੁੱਛਣ ਲੱਗਾ ਸੀ। ਕਈ ਬੰਦੇ ਹੁਣ ਆਪਣੇ ਨਾ ਇਹਨਾਂ ਵਰਗੇ ਹੁੰਦੇ ਜਿਨ੍ਹਾਂ ਕੋਲ ਪੈਸਾ ਬਹੁਤ ਹੁੰਦਾ ਹੈ, ਤੇ ਉਹ ਕਹਿੰਦੇ ਭਾਈ ਮੈਂ ਤਾਂ ਕੰਮ ਜਿਹੜਾ ਸ਼ੁਰੂ ਕਰਨਾ ਨਾ ਉਹ ਬਿਜ਼ਨਸ ਕਰਨਾ ਹੈ ਨਾ। ਇਹ ਤਾਂ ਖੇਤੀਬਾੜੀ ਦੇ ਅਧੀਨ ਆ ਗਿਆ। ਇੱਕ ਹੁੰਦਾ ਬਿਜ਼ਨਸ ਵੀ ਉਦਯੋਗਿਕ ਤਰੀਕੇ ਨਾਲ ਮੈਂ ਕੋਈ ਕੰਮ ਕਰਨਾ ਚਾਹੁੰਦਾ। ਉਹ ਮੱਛੀ ਪਾਲਣ ਦੇ ਵਿੱਚ ਕੋਈ ਇਹੋ ਜਿਹਾ ਕੰਮ ਵੀ ਹੈਗਾ ਜਿਹੜਾ ਉਦਯੋਗਿਕ ਤਰੀਕੇ ਨਾਲ ਕੀਤਾ ਜਾ ਸਕਦਾ ਤੇ ਜਿਹਦੇ ਵਿੱਚ ਪੈਸੇ ਭਾਵੇਂ 4 ਲੱਗਦੇ ਹੋਣ, ਪਰ ਜਿਹੜੇ ਆਪਣੇ ਕਿਸਾਨ ਵੀਰ ਆ ਉਹ ਵੱਧ ਪ੍ਰੋਫਿਟ ਕਮਾ ਸਕਦੇ, ਵੱਡੇ ਪੈਮਾਨੇ ਤੇ ਕਰ ਸਕਦੇ। ਹਾਂਜੀ, ਇਹ ਵੱਡੇ ਪੱਧਰ ਤੇ ਵੀ ਬਹੁਤ ਸਾਰੇ ਪ੍ਰੋਜੈਕਟ ਆਏ ਨੇ। ਜਿਵੇਂ ਕੋਈ ਫੀਡ ਮਿਲ ਲਗਾਉਣਾ ਚਾਹੁੰਦਾ ਹੈ, ਮੱਛੀ ਦੀ ਫੀਡ ਮਿਲ ਲਗਾਉਣਾ ਚਾਹੁੰਦਾ ਹੈ, ਤੇ ਛੋਟੀ ਫੀਡ ਮਿਲ ਲਈ ਤੇ ਸੁਵਿਧਾ ਹੈ ਜੇ ਕਿਸਾਨ ਆਪਣੇ ਤਲਾਬ ਦੇ ਮੱਛੀ ਦੀ ਫੀਡ ਬਣਾਉਣ ਲਈ ਲਗਾ ਰਿਹਾ ਹੈ। ਪਰ ਜੇ ਕੋਈ ਵੱਡੇ ਪੱਧਰ ਤੇ ਲਗਾਉਂਦਾ ਹੈ 8 ਟਨ ਕਪੈਸਿਟੀ ਦੀ ਜਾਂ 20 ਟਨ ਕਪੈਸਿਟੀ ਪਰ ਡੇ ਦੀ ਫੀਡ ਮਿਲ, ਤੇ ਉਹਦਾ 1 ਕਰੋੜ 2 ਕਰੋੜ ਦਾ ਖਰਚਾ ਆਉਂਦਾ ਹੈ, ਤੇ ਉਹਦੇ ਤੇ ਉਹਨੂੰ ਸਬਸਿਡੀ ਮਿਲੇਗੀ। ਇਸੇ ਤਰ੍ਹਾਂ ਕੋਈ ਮੱਛੀ ਮੰਡੀ ਸਥਾਪਿਤ ਕਰਨਾ ਚਾਹੁੰਦਾ ਹੈ ਪੂਰੀ, ਤੇ ਉਹਨੂੰ ਉਹਦੇ ਤੇ ਵੀ ਜਿਵੇਂ 10 ਆਊਟਲੈਟ ਵਾਲੀ ਇੱਕ ਜੇ ਮੰਡੀ ਸਥਾਪਿਤ ਕਰਦਾ ਹੈ ਤੇ 1 ਕਰੋੜ ਦੀ ਯੂਨਿਟ ਕਾਸਟ ਨਿਰਧਾਰਿਤ ਹੈ, ਉਹਨੂੰ ਉਹਦੇ ਤੇ ਸਬਸਿਡੀ ਮਿਲੇਗੀ। ਅੱਛਾ ਜੀ। ਹਾਂ, ਤੇ ਵੱਡੇ ਪੱਧਰ ਦੇ ਕੰਮ ਪਰਸੈਂਟੇਜ ਕਿੰਨੀ ਸਬਸਿਡੀ ਦੀ? ਉਹੀ 40% ਜਨਰਲ ਕੈਟਾਗਰੀ ਲਈ ਤੇ 60% ਐਸਸੀ। ਅੱਛਾ, ਉਹ ਸਾਰੇ ਕੰਮਾਂ ਲਈ ਉਹ ਨਿਰਧਾਰਿਤ ਕਰਤੀ ਵੀ ਇੰਨੀ ਰਹਿਣੀ ਆ। ਹਾਂਜੀ ਹਾਂਜੀ, ਉਹ ਯੂਨੀਫਾਰਮ ਰੱਖੀ ਹੈ ਜੀ। ਅੱਛਾ, ਤੇ ਇਹਦੇ ਚ ਮਤਲਬ ਜਿੱਦਾਂ ਬਿਜ਼ਨਸ ਦੇ ਤੌਰ ਤੇ ਜਿੱਦਾਂ ਲੰਬੜਦਾਰ ਜੀ ਹੁਣੀ ਕਰਨਾ ਚਾਹੁੰਦੇ ਕਰ ਸਕਦੇ ਆ। ਹਾਂ ਬਿਲਕੁਲ ਜੀ। ਮੈਂ ਇੱਕ ਹੋਰ ਮੇਰੇ ਦਿਮਾਗ 'ਚ ਆਉਂਦੀ ਹੈ ਗੱਲ ਜ਼ਿਹਨ 'ਚ ਕਿ ਨੌਜਵਾਨ ਪੜ੍ਹੇ ਲਿਖੇ ਹੁਣ ਬੜੇ ਵਿਹਲੇ ਫਿਰਦੇ ਆ, ਤਾਂ ਜੇ ਕੋਈ ਨੌਜਵਾਨ ਇਹੋ ਜਿਹਾ ਕਿੱਤਾ ਕਰਨਾ ਚਾਹੇ ਕਿ ਮੈਂ ਕੁਝ ਵੀ ਨਹੀਂ ਕਰਨਾ, ਤਲਾਬ ਵੀ ਨਹੀਂ ਪੁੱਟਣਾ, ਮੈਂ ਮੰਡੀਕਾਰੀ ਕਰਨੀ ਹੈ ਜੀ, ਉਹ ਮੰਡੀਕਾਰੀ ਕਰਨ ਵਿੱਚ ਵੀ ਸਹੂਲਤਾਂ ਹੈਗੀਆਂ ਕੁਝ? ਹਾਂਜੀ, ਇਸ ਸਕੀਮ ਦਾ ਇੱਕ ਬਹੁਤ ਹੀ ਮੁੱਖ ਕੰਪੋਨੈਂਟ ਹੈ ਮੰਡੀਕਰਨ ਨੂੰ ਵਧਾਵਾ ਦੇਣਾ। ਇਸ ਸਕੀਮ ਵਿੱਚ ਤੁਸੀਂ ਜੇ ਇੱਕ ਬਹੁਤ ਹੀ ਗਰੀਬ ਮਛੇਰਾ ਹੈ, ਉਹ ਵੀ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਕਿ ਥੋੜੀ ਜਿਹੀ ਮੱਛੀ ਜਾ ਕੇ ਮੰਡੀ ਵਿੱਚ ਵੇਚਣਾ ਚਾਹੁੰਦਾ ਹੈ, ਤੇ ਉਹ ਸਾਈਕਲ ਲੈ ਸਕਦਾ ਹੈ, ਉਹਨੂੰ ਸਾਈਕਲ ਤੇ ਸਬਸਿਡੀ ਦਿੱਤੀ ਜਾਵੇਗੀ। ਅੱਛਾ, ਸਾਈਕਲ ਤੇ ਵੀ ਸਬਸਿਡੀ ਹੈ ਜੀ ਜੀ। ਕਿੰਨੇ ਪੈਸੇ ਦਿੰਦੇ? ਇਹ 10,000 ਦੀ ਯੂਨਿਟ ਕਾਸਟ ਹੈ, ਉਹਦੇ ਤੇ ਸਬਸਿਡੀ ਹੋਏਗੀ। 10,000 ਦਾ ਸਾਈਕਲ ਮਿਲਣਾ, ਸਬਸਿਡੀ ਮਿਲੂ ਉੱਤੇ। ਹਾਂਜੀ, ਉਸ ਤੋਂ ਇਲਾਵਾ ਕੋਈ ਜੇ ਮੋਟਰਸਾਈਕਲ ਲੈ ਕੇ ਮੱਛੀ ਵੇਚਣਾ ਚਾਹੁੰਦਾ ਹੈ, ਆਟੋ ਰਿਕਸ਼ਾ ਲੈ ਕੇ ਵੇਚਣਾ ਚਾਹੁੰਦਾ ਹੈ, ਤਾਂ ਉਹਨੂੰ ਸਬਸਿਡੀ ਮਿਲੇਗੀ। ਜੇ ਕੋਈ ਕਿਸਾਨ ਆਪਣੀ ਜਿਹੜੀ ਫਸਲ ਹੈ, ਆਪਣਾ ਜਿਹੜਾ ਮੱਛੀ ਦਾ ਉਤਪਾਦਨ ਉਹ ਸਿੱਧਾ ਮੰਡੀ 'ਚ ਭੇਜਣਾ ਚਾਹੁੰਦਾ ਹੈ ਜਾਂ ਦੂਜੇ ਰਾਜਾਂ 'ਚ ਭੇਜਣਾ ਚਾਹੁੰਦਾ ਹੈ, ਤੇ ਉਹ ਇਨਸੂਲੇਟਿਡ ਵਹੀਕਲ ਲੈ ਸਕਦਾ ਹੈ, ਰੈਫਰੀਜਰੇਟਿਡ ਵਹੀਕਲ ਲੈ ਸਕਦਾ ਹੈ, ਉਹਨੂੰ ਉਹਦੇ ਤੇ ਵੀ ਸਬਸਿਡੀ ਮਿਲੇਗੀ। ਇੱਥੋਂ ਤੱਕ ਕਿ ਕੋਈ ਦੁਕਾਨ ਮੱਛੀ ਦੀ ਪੱਕੀ ਦੁਕਾਨ ਖੋਲਣਾ ਚਾਹੁੰਦਾ ਹੈ, ਉਹਦੇ 'ਚ ਸਜਾਵਟੀ ਮੱਛੀਆਂ ਵੀ ਵੇਚ ਸਕਦਾ, ਐਕੁਏਰੀਅਮ ਵੀ ਬਣਾ ਕੇ ਵੇਚ ਸਕਦਾ ਹੈ, ਜਾਂ ਮੱਛੀ ਆਪਣਾ ਵੈਸੇ ਹੀ ਵੇਚ ਸਕਦਾ ਹੈ, ਉਹਨੂੰ 10 ਲੱਖ ਦੀ ਯੂਨਿਟ ਕਾਸਟ ਨਿਰਧਾਰਿਤ ਕੀਤੀ, ਉਹਨੂੰ ਉਹਦੇ ਤੇ ਵੀ ਸਬਸਿਡੀ ਮਿਲੇਗੀ। ਬਹੁਤ ਖੂਬ ਹੈ ਜੀ, ਬਹੁਤ ਖੂਬ ਹੈ। ਸਬਸਿਡੀ ਹਰੇਕ ਚੀਜ਼ ਤੇ ਹੀ ਆ, ਸਰਕਾਰ ਚਾਹੁੰਦੀ ਆ ਵੀ ਇਸ ਕੰਮ 'ਚ ਆਓ ਤੁਸੀਂ। ਯੋਜਨਾ ਬਹੁਤ ਅੱਛੀ ਹੈ। ਠੀਕ ਹੈ ਜੀ ਜੀ, ਤੇ ਪ੍ਰਧਾਨ ਮੰਤਰੀ ਮਤਸਿਆ ਸੰਪਦਾ ਯੋਜਨਾ ਜੀ, ਸਕੀਮਾਂ ਤੇ ਬਹੁਤ ਨੇ, ਤੁਸੀਂ ਦੱਸੀਆਂ ਵੀ ਹੈ, ਸਬਸਿਡੀ ਬਾਰੇ ਵੀ ਦੱਸ ਰਹੇ ਹੋ। ਹੁਣ ਜੇ ਮੇਰੇ ਵਰਗੇ ਬੰਦੇ ਨੇ ਕਿਸੇ ਨੇ ਸਕੀਮ ਦਾ ਲਾਭ ਲੈਣਾ ਹੋਵੇ, ਉਹਦੇ ਬਾਰੇ ਜਾਣਕਾਰੀ ਲੈਣੀ ਹੋਵੇ, ਤੇ ਅਸੀਂ ਕਿੱਦਾਂ ਉਹਦਾ ਲਾਭ ਲਈਏ, ਜਾਣਕਾਰੀ ਕਿੱਦਾਂ ਲਈਏ, ਕਿੱਥੇ ਪਹੁੰਚ ਕਰੀਏ, ਕਿਹਨੂੰ ਜਾ ਕੇ ਮਿਲੀਏ? ਤੇ ਭਾਈ ਅਸੀਂ ਤਿਆਰ ਆ, ਜ਼ਮੀਨ ਅਸੀਂ ਰੱਖ ਲਈ ਆ, ਹੁਣ ਅਸੀਂ ਲੱਗੇ ਸ਼ੁਰੂ ਕਰਨ, ਦੱਸੋ ਸਾਨੂੰ ਕਿੱਦਾਂ ਕਰੀਏ? ਤਲਾਬ ਪੁੱਟਣਾ ਉਹਨਾਂ ਨੇ, ਬਿਲਕੁਲ ਜੀ। ਸਕੀਮਾਂ ਦੇ ਲਾਭ ਸਾਰੇ ਜੀ ਜੀ ਕਿੱਦਾਂ ਲਈਏ? ਇਹ ਬਹੁਤ ਹੀ ਸੌਖਾ ਹੈ। ਸਾਡੇ ਕਾਫੀ ਹਰ ਜ਼ਿਲ੍ਹੇ ਵਿੱਚ ਇੱਕ ਦਫ਼ਤਰ ਹੈ, ਜ਼ਿਲ੍ਹਾ ਦਫ਼ਤਰ ਹੈ। ਉਸ ਤੋਂ ਇਲਾਵਾ ਬਲਾਕਾਂ ਵਿੱਚ ਵੀ ਜਿਹੜੇ ਵੱਡੇ ਬਲਾਕ ਹੈ ਉਹਨਾਂ 'ਚ ਦਫ਼ਤਰ ਹੈ ਜਿੱਥੇ ਮੱਛੀ ਪਾਲਣ ਅਫਸਰ ਬੈਠਦੇ ਹੈ। ਕਿਸਾਨ ਕਿਸੇ ਵੀ ਦਫ਼ਤਰ 'ਚ ਜਾ ਕੇ ਆਪਣੀ ਅਰਜ਼ੀ ਦੇ ਸਕਦਾ ਹੈ। ਇਹ ਜਿਹੜੇ ਦਫ਼ਤਰਾਂ ਦੇ ਐਡਰੈਸ ਵਗੈਰਾ ਉਹ ਸਾਰੇ ਵਿਭਾਗ ਦੀ ਵੈਬਸਾਈਟ ਤੇ ਵੀ ਉਪਲਬਧ ਹੈ, ਤੇ ਜੇ ਉਹ ਅਰਜ਼ੀ ਦਿੰਦਾ ਹੈ ਤੇ ਜੋ ਤਕਨੀਕੀ ਅਫਸਰ ਹੈ ਉਹ ਪੂਰਾ ਜਾਂਚ ਕਰਦੇ ਹੈ ਕਿ ਉਹਦਾ ਪ੍ਰੋਜੈਕਟ ਮੁਕੰਮਲ ਹੋ ਸਕਦਾ ਹੈ ਕਿ ਨਹੀਂ। ਜੇ ਉਹ ਸਭ ਕੁਝ ਸਾਰੇ ਮਾਪਦੰਡ ਠੀਕ ਹੈ ਤੇ ਕਿਸਾਨ ਉਹ ਕੰਮ ਸ਼ੁਰੂ ਕਰ ਸਕਦਾ ਹੈ। ਉਹਨੂੰ ਸਾਰੀ ਤਕਨੀਕੀ ਸਹਾਇਤਾ ਦਿੱਤੀ ਜਾਂਦੀ ਹੈ ਔਰ ਕੰਮ ਖਤਮ ਹੋਣ ਤੋਂ ਬਾਅਦ ਉਹਦਾ ਕੇਸ ਤਿਆਰ ਕਰਕੇ ਉਹਨੂੰ ਸਬਸਿਡੀ ਦੀ ਅਦਾਇਗੀ ਕੀਤੀ ਜਾਂਦੀ ਹੈ। ਬਿਲਕੁਲ ਦੋਸਤ ਹੈ ਜੀ ਗੱਲ ਇਦਾਂ ਤੇਜਪਾਲ ਜੀ, ਕੰਮ ਬਹੁਤ ਹੌਸਲੇ ਨਾਲ ਕਰਨ ਵਾਲਾ ਕੰਮ ਹੈ। ਵੱਡਾ ਹੌਸਲਾ ਬਣਾਵਾਂਗੇ ਤਾਂ ਗੱਲ ਬਣੇਗੀ। ਹੁਣ ਜਦੋਂ ਡਾਕਟਰ ਰਸ਼ੂ ਜੀ ਇਹ ਗੱਲ ਸੋਚ ਲਈ ਕਿ ਵੀ ਕੰਮ ਕਰਨਾ ਹੈ, ਜ਼ਮਾਨਾ ਇੰਟਰਨੈਟ ਦਾ ਹੈ ਔਰ ਕੋਈ ਇਹ ਸਹੂਲਤਾਂ ਆਪਾਂ ਇੰਟਰਨੈਟ ਦੇ ਰਾਹੀਂ ਵੀ ਦਿੰਦੇ ਹਾਂ। ਹਾਂਜੀ, ਇਹਦਾ ਸਾਰਾ ਸਕੀਮ ਦਾ ਜਿਹੜਾ ਸਾਰਾ ਵੇਰਵਾ ਹੈ ਉਹ ਮੱਛੀ ਪਾਲਣ ਵਿਭਾਗ ਦੀ ਵੈਬਸਾਈਟ ਹੈ, ਉਹਦੇ ਤੇ ਉਪਲਬਧ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਵੱਲੋਂ ਵੀ ਇੱਕ ਇਹਦਾ ਅਲੱਗ ਹੀ ਪੋਰਟਲ ਬਣਾਇਆ ਹੋਇਆ PMMSY ਦਾ, ਉਹਦੇ ਤੇ ਵੀ ਸਾਰੀ ਇਹ ਸਕੀਮ ਦੀ ਜਾਣਕਾਰੀ, ਇਹਦੇ ਅੰਡਰ ਕੀ ਪ੍ਰੋਜੈਕਟਸ ਹੈ ਜਿਹਦੇ 'ਚ ਲਾਭ ਲੈ ਸਕਦੇ ਹੋ, ਸਾਰਾ ਕੁਝ ਉਪਲਬਧ ਹੈ। ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਗੱਲ। ਇਹ ਤਾਂ ਚਲੋ ਚੰਗੀ ਗੱਲ ਆ। ਅੱਛਾ, ਇਹਦੇ 'ਚ ਜਦੋਂ ਹੁਣ ਤੁਸੀਂ ਕਿਹਾ ਬਈ ਯੂਨਿਟ ਜਿਹੜਾ ਉਹ 2.5 ਏਕੜਾਂ ਦਾ ਯੂਨਿਟ ਆ, ਹੈ ਨਾ, ਉਹਦੇ 'ਚ ਜਦੋਂ ਆਪਾਂ ਯੂਨਿਟ ਲਾਉਣਾ ਆ, ਆਪਾਂ ਨੂੰ ਜਦੋਂ ਸ਼ੁਰੂ ਕਰਨਾ ਕੰਮ
ਉਦੋਂ ਛੋਟੇ ਪੱਧਰ ਤੇ ਕਰਨਾ ਚਾਹੀਦਾ ਕਿ ਕੋਈ ਬੰਦਾ ਚਾਹੇ ਵੱਡੇ ਪੱਧਰ ਤੇ ਵੀ ਕਰ ਸਕਦਾ? ਵੱਡੇ ਪੱਧਰ ਤੇ ਵੀ ਹੋ ਸਕਦਾ ਹੈ ਕੰਮ, ਪਰ ਘੱਟੋ ਘੱਟ ਜੇ ਕਿਸੇ ਨੇ ਮੱਛੀ ਪਾਲਣ ਤਲਾਬ ਬਣਾਉਣਾ ਹੈ ਤੇ ਉਹਨੂੰ ਅਸੀਂ 2.5 ਕਿੱਲਾ ਰਿਕਮੈਂਡ ਕਰਦੇ ਹਾਂ। 1 ਕਿੱਲੇ ਤੋਂ ਸਬਸਿਡੀ ਦੀ ਸੁਵਿਧਾ ਹੈ, ਜੇ ਕੋਈ ਘੱਟੋ ਘੱਟ 1 ਕਿੱਲੇ ਵਿੱਚ ਵੀ ਕਰਦਾ ਹੈ, ਪਰ ਜੇ ਉਹਨੇ ਉਤਪਾਦਨ ਦਾ ਆਪਣਾ ਲਾਭ ਪੂਰਾ ਲੈਣਾ ਹੈ ਤੇ 2.5 ਕਿੱਲੇ ਜਿਹੜਾ ਉਹ ਅਸੀਂ ਰਿਕਮੈਂਡ ਕਰਦੇ ਹਾਂ ਕਿ ਉਹਦੇ ਤੇ ਕਰੇ। ਬਾਕੀ ਜੇ ਜਿਹੜਾ ਕੋਈ ਬਹੁਤ ਵੱਡੇ ਪੱਧਰ ਤੇ ਵੀ ਕਰਨਾ ਚਾਹੁੰਦਾ ਹੈ ਤੇ ਉਹਨੂੰ 5 ਹੈਕਟੇਅਰ ਤੱਕ ਹੀ 5 ਕਿੱਲੇ ਤੱਕ ਹੀ ਸਬਸਿਡੀ ਮਿਲਦੀ ਹੈ, 2 ਹੈਕਟੇਅਰ ਤੱਕ। ਉਸ ਤੋਂ ਇਲਾਵਾ ਕੋਆਪਰੇਟਿਵਸ ਵਿੱਚ ਸੰਗਠਿਤ ਹੋ ਕੇ ਬਹੁਤ ਸਾਰੇ ਕਿਸਾਨ ਜਿਹੜੇ ਆ ਉਹ ਕੰਮ ਕਰ ਸਕਦੇ ਆ, ਪ੍ਰਤੀ ਕਿਸਾਨ ਫਿਰ ਉਹਨੂੰ ਸਬਸਿਡੀ ਮਿਲ ਜਾਂਦੀ ਹੈ। मतलब इकट्ठे कोई जमीन लैके किसान अपना कोऑपरेटिव बना के भी ये काम कर सकते हैं। बहुत अच्छी गल है जी, इकट्ठे हो के तो ज्यादा फायदा, सब्सिडी ज्यादा मिलेगी। अच्छा, एक मिनट लंबरदार जी, फोन आया एक, वो ले लीजिए जरूर। हेलो जी। हेलो, सत श्री अकाल जी, कौन साहब बोलते हो, किहड़े पिंड तो बोलते हो? हाँ जी सर, मैं खड़क सिंह बोलदा, पिंड बादशाह जिला संगरूर जी। खड़क सिंह जी, सवाल पूछो जी। सर मेरे को जगह बहुत घट है सर। अच्छा जी, मैं ਉਹਦੇ ਵਿੱਚ ਕੰਮ ਕਰ ਸਕਦਾ ਸਰ? जगह बहुत घट है थोड़े को? हाँ जी, मेरे को 10 जगह थोड़ी है जी, 10 बिस्वे। अच्छा जी, ठीक है जी, ठीक है। ਉਹਦੇ ਵਿੱਚ ਮੈਂ ਕੰਮ ਕਰ ਸਕਦਾ, ਜੇ ਮੈਂ ਕਰ ਸਕਦਾ ਤਾਂ ਆਪਣੀ ਸਬਸਿਡੀ ਮਿਲ ਸਕਦੀ। 10 ਵਿਸਵੇ ਜ਼ਮੀਨ ਹੈ। हाँ हाँ, ਵਿਸਵੇ मतलब मैं ऐसी कैटेगरी ਚ सर। जी जी जी, ਕਨਾਲਾਂ ਦੇ ਹਿਸਾਬ ਹੋ ਗਿਆ, ਠੀਕ ਕਰ ਸਕਦੇ 10 ਕਨਾਲ ਜ਼ਮੀਨ। अच्छा, 10 ਕਨਾਲ ਜ਼ਮੀਨ ਵਿੱਚ ਬਾਇਓਫਲੋਕ ਜਾਂ ਆਰਏ ਸਿਸਟਮ ਦੇ ਟੈਂਕ ਜਿਹੜੇ ਆ ਉਹ ਲੱਗ ਸਕਦੇ ਆ, ਬੜੀ ਆਸਾਨੀ ਨਾਲ ਲੱਗ ਸਕਦੇ ਆ। ਜੇ ਤੁਸੀਂ ਟ੍ਰਾਇਲ ਕਰਨਾ ਹੈ ਤੁਸੀਂ ਇੱਕ ਟੈਂਕ ਨਾਲ ਸ਼ੁਰੂ ਕਰ ਸਕਦੇ ਹੋ, ਪਰ ਪ੍ਰੋਪਰ ਟ੍ਰੇਨਿੰਗ ਲੈ ਕੇ ਹੀ ਕਰਿਓ, ਤੇ ਉਸ ਤੋਂ ਬਾਅਦ ਜੇ ਤੁਹਾਨੂੰ ਇੱਕ ਵਾਰੀ ਕੰਮ ਆ ਗਿਆ ਤੁਸੀਂ ਵੱਡੇ ਪੱਧਰ ਤੇ ਵੀ ਇਹ ਕੰਮ ਕਰ ਸਕਦੇ ਹੋ। ਉਨੀ ਜ਼ਮੀਨ ਵਿੱਚ ਵੱਡੇ ਟੈਂਕ ਵਾਲਾ ਸਿਸਟਮ ਵੀ ਲੱਗ ਸਕਦਾ ਹੈ। ਠੀਕ ਹੈ, ਠੀਕ ਹੈ, ਬਹੁਤ ਅੱਛੀ ਗੱਲ ਹੈ। ਇਹ ਗੱਲ ਹੈ ਵੀ ਟ੍ਰੇਨਿੰਗ ਲੈ ਕੇ ਫਿਰ ਚੰਗੀ ਤਰ੍ਹਾਂ ਤੁਸੀਂ। ਅੱਛਾ, ਵੀ 10 ਕਨਾਲਾਂ ਦੇ ਵਿੱਚ ਕੀ, ਤੇ ਇਹ ਤਾਂ ਕਹਿੰਦੇ ਵੀ 2 ਕਨਾਲਾਂ 'ਚ ਵੀ ਹੋ ਸਕਦਾ ਨਾ, 8 ਟੈਂਕ ਤੁਸੀਂ ਉੱਥੇ ਵੀ ਬਣਾ ਸਕਦੇ ਹੋ। ਜੀ ਜੀ ਬਿਲਕੁਲ। ਅੱਛਾ ਡਾਕਟਰ ਸਾਹਿਬ, ਗੱਲ ਇਸ ਤਰ੍ਹਾਂ, ਜਦੋਂ ਆਪਣਾ ਜੈਲਾ ਨਹੀਂ ਹੈਗਾ, ਪਿਛਲੇ ਸਾਲ ਦੀ ਮੈਂ ਗੱਲ ਕਰਦਾ, ਉਹ ਆਪਣੇ ਬਾਪੂ ਨੂੰ ਕਹਿੰਦਾ ਮੱਛੀ ਪਾਲਣ ਮੈਂ ਕਰਨਾ। ਉਹ ਕਹਿੰਦਾ ਜਾ ਤੈਨੂੰ ਚੱਜ ਨਾਲ ਚਾਰ ਤੇ ਘੋੜੇ ਨੂੰ ਤਿਆਰ ਕੀ ਕਰਨੇ ਆ, ਸਿਖਲਾਈ ਹੋਈ ਨਹੀਂ, ਆਪੇ ਦਾ ਮੁੰਡਾ, ਤੈਨੂੰ ਸਿਖਲਾਈ ਕੋਈ ਹੈ ਨਹੀਂ, ਤੂੰ ਸਿੱਖਿਆ ਲੈ ਪਹਿਲਾਂ ਕਿਤੋਂ। ਹੁਣ ਗੱਲ ਸਿੱਖਿਆ ਤੇ ਆ ਜਾਂਦੀ ਹੈ ਡਾਕਟਰ ਸਾਹਿਬ, ਵੀ ਸਿੱਖਿਆ ਜਿਹੜੀ ਟ੍ਰੇਨਿੰਗ ਹੈ ਉਹ ਤੁਹਾਡਾ ਵਿਭਾਗ ਇਸ ਯੋਜਨਾ ਦੇ ਅਧੀਨ ਕਿਸ ਤਰ੍ਹਾਂ ਸਿੱਖਿਆ ਦੇ ਰਿਹਾ ਲੋਕਾਂ ਨੂੰ? ਹਾਂਜੀ, ਸਾਡੇ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਵਿੱਚ ਹਰ ਮਹੀਨੇ ਮੁਫਤ ਟ੍ਰੇਨਿੰਗ ਕੈਂਪ ਲਗਾਏ ਜਾਂਦੇ ਨੇ। ਇਹ 5 ਦਿਨਾਂ ਦੇ ਟ੍ਰੇਨਿੰਗ ਕੈਂਪ ਹੁੰਦੇ ਨੇ। ਕੋਈ ਵੀ ਕਿਸਾਨ ਇੱਥੇ ਆ ਕੇ ਟ੍ਰੇਨਿੰਗ ਲੈ ਸਕਦਾ ਹੈ। ਇਹਦਾ ਜਿਹੜਾ ਸਮਾਂ ਉਹ ਨਿਰਧਾਰਿਤ ਹੁੰਦਾ ਹੈ 5 ਦਿਨ। ਹਰ ਸਾਡਾ ਜਿਹੜਾ ਸ਼ਡਿਊਲ ਹੈ ਟ੍ਰੇਨਿੰਗ ਦਾ ਉਹ ਪਹਿਲਾਂ ਹੀ ਬਣ ਜਾਂਦਾ ਹੈ, ਤੇ ਕਿਸਾਨ ਉਸ ਸ਼ਡਿਊਲ ਦੇ ਅਕੋਰਡਿੰਗ ਆਪਣੀ ਅਰਜ਼ੀ ਦੇ ਕੇ ਇੱਥੇ ਟ੍ਰੇਨਿੰਗ ਲੈ ਸਕਦਾ ਹੈ। ਇਹਦੇ ਲਈ ਕੋਈ ਕੁਆਲੀਫਿਕੇਸ਼ਨ ਲਿਮਿਟ ਨਹੀਂ ਹੈ, ਤੇ ਅਨਪੜ੍ਹ ਜਿਹੜਾ ਕਿਸਾਨ ਹੈ ਉਹ ਵੀ ਇਹਦੀ ਮੱਛੀ ਪਾਲਣ ਦੀ ਟ੍ਰੇਨਿੰਗ ਕਰ ਸਕਦਾ ਹੈ। ਅੱਛਾ ਅੱਛਾ ਅੱਛਾ, ਮਤਲਬ ਤੁਹਾਡੇ ਉੱਥੇ ਆ ਕੇ ਟ੍ਰੇਨਿੰਗ ਹੋ ਸਕਦੀ ਆ। ਅੱਛਾ, ਜਿਹੜੇ ਹੁਣ ਜਿੱਦਾਂ ਟੈਂਕ ਵਗੈਰਾ ਬਣਾਉਣੇ ਆ, ਜਿਹੜੇ ਤੁਸੀਂ ਕਹਿੰਦੇ ਹੋ ਵੀ ਆਹ ਘੱਟ ਰਕਬੇ ਵਾਲੇ ਟੈਂਕ ਵਗੈਰਾ ਆ, ਇਹ ਕੋਈ ਖਾਸ ਤਰੀਕਾ ਆ ਟੈਂਕ ਬਣਾਉਣ ਦਾ, ਜਿਹੜੇ ਤੁਹਾਡੇ ਵਿਭਾਗ ਤੋਂ ਬੰਦੇ ਆ ਕੇ ਦੱਸਣਗੇ ਵੀ ਕਿੱਦਾਂ ਟੈਂਕ ਬਣਾਉਣੇ ਆ, ਜਾਂ ਕਿਸਾਨ ਆਪਣੇ ਲੈਵਲ ਤੇ ਵੀ ਉਹਨੂੰ ਸਿਖਾਤਾ ਜਾਂਦਾ, ਕਿਸਾਨ ਆਪਣੇ ਲੈਵਲ ਤੋਂ ਕਿਸੇ ਤੋਂ ਵੀ ਬਣਵਾ ਸਕਦਾ? ਇਹਦੇ ਚ ਕਿੱਦਾਂ ਕਰਦੇ ਹੋ ਤੁਸੀਂ, ਮੈਨੇਜ ਕਿੱਦਾਂ ਕਰਦੇ ਹੋ? ਜੀ, ਇਹਦੇ ਵਿੱਚ ਸਕੀਮ ਦੇ ਅੰਡਰ ਉਹਨਾਂ ਨੇ ਟੈਂਕਾਂ ਦੀ ਕੈਪੈਸਿਟੀ ਜਿਹੜੀ ਹੈ ਉਹ ਨਿਰਧਾਰਿਤ ਕੀਤੀ ਹੋਈ ਹੈ। ਉਹ ਕੈਪੈਸਿਟੀ ਦੇ ਅਕੋਰਡਿੰਗ ਕਿਸਾਨ ਆਪਣੀ ਇੱਕ ਰਿਪੋਰਟ ਦਿੰਦਾ ਹੈ ਪਹਿਲੇ ਟ੍ਰੇਨਿੰਗ ਲੈਣ ਤੋਂ ਬਾਅਦ ਕਿ ਉਹ ਕਿਵੇਂ ਬਣਾਏਗਾ। ਉਹ ਪੂਰੀ ਜਿਹੜੀ ਰਿਪੋਰਟ ਹੈ ਜਦ ਅਪਰੂਵ ਹੋ ਜਾਂਦੀ ਹੈ ਮੁੱਖ ਦਫ਼ਤਰ ਆ ਕੇ, ਤੇ ਉਸ ਤੋਂ ਬਾਅਦ ਉਹ ਕੰਮ ਸ਼ੁਰੂ ਕਰਦਾ ਹੈ, ਕਿਉਂਕਿ ਉਹ ਪਹਿਲੇ ਹੀ ਸਾਰੇ ਮਾਪਦੰਡ ਅਪਰੂਵ ਹੋ ਜਾਂਦੇ, ਤੇ ਕਿਸਾਨ ਉਹ ਆਪਣੇ ਅਕੋਰਡਿੰਗ ਵੀ ਕੰਮ ਕਰ ਸਕਦਾ ਹੈ। ਨਾਲ ਵਿਭਾਗ ਦੇ ਤਕਨੀਕੀ ਅਫਸਰ ਉਸ ਜ਼ਿਲ੍ਹੇ ਦੇ ਉਹਨੂੰ ਸਹਾਇਤਾ ਦਿੰਦੇ ਨੇ, ਸਮੇਂ-ਸਮੇਂ ਤੇ ਜਾ ਕੇ ਉਹਦਾ ਵਿਜ਼ਿਟ ਕਰਕੇ ਉਹ ਟੈਂਕਸ ਜਿਹੜੇ ਆ ਉਹ ਪੂਰੇ ਉਹਦੇ ਅਕੋਰਡਿੰਗ ਰੂਲਾਂ ਦੇ ਅਕੋਰਡਿੰਗ ਐਸਟੈਬਲਿਸ਼ ਕਰਵਾਉਂਦੇ ਨੇ। ਠੀਕ ਆ ਜੀ, ਬਹੁਤ ਖੂਬ ਹੈ, ਬਹੁਤ ਚਲੋ ਇਹ ਤਾਂ ਬਹੁਤ ਵਧੀਆ ਗੱਲ ਆ ਜੀ, ਹਨਾ, ਜਿਹੜੇ ਮੱਛੀ ਪਾਲਣ ਆ। ਔਰ ਜਿਹੜਾ ਨਵਾਂ ਤਰੀਕਾ ਦੱਸਿਆ ਉਹਦੇ ਵਿੱਚ ਤੇ ਕਹਿੰਦੇ ਪਾਣੀ ਬਹੁਤ ਘੱਟ ਲੱਗਦਾ, ਬਹੁਤ ਘੱਟ ਆਉਂਦਾ, ਔਰ ਉਹ ਰੀਫਿਲਟਰ ਕਰਦੇ ਦੁਬਾਰਾ ਕਰਦੇ ਆ, ਤੇ ਬੜੀ ਚੰਗੀ ਗੱਲ ਆ ਮੱਛੀ ਪਾਲਣ। ਦੇਖੋ ਇਹੋ ਜਿਹੇ ਕੰਮਾਂ ਆਪਾਂ ਨੂੰ ਪ੍ਰੇਰਿਤ ਵੀ ਹੋਣਾ ਚਾਹੀਦਾ, ਇਹੋ ਜਿਹੇ ਕੰਮਾਂ ਮੁੜਨਾ ਵੀ ਚਾਹੀਦਾ, ਨੌਜਵਾਨਾਂ ਨੂੰ ਕਰਨਾ ਚਾਹੀਦਾ ਆਪਣੇ ਨੂੰ। ਬਿਲਕੁਲ, ਥੋੜੀ ਜਿਹੀ ਰਵਾਇਤੀ ਖੇਤੀ ਤੋਂ ਹਟੀਏ ਹੁਣ ਆਪਾਂ। ਜੀ ਬਿਲਕੁਲ। ਹਾਂ, ਤੇ ਮੌਸਮ ਆਇਆ, ਅੱਛਾ ਮੌਸਮ ਆ ਗਿਆ, ਸੁਣਾਓ ਜ਼ਰੂਰ। ਤਾਪਮਾਨ ਜਿਹੜਾ ਅਲੱਗ-ਅਲੱਗ ਖਿੱਤਿਆਂ 'ਚ ਅੱਜ ਰਿਹਾ, ਅੱਛਾ, ਉਹ ਰਿਹਾ ਜੀ ਚੰਡੀਗੜ੍ਹ ਵੱਧ ਤੋਂ ਵੱਧ 33 ਡਿਗਰੀ ਜੀ, ਤੇ 26.8 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਠੀਕ। ਅੰਮ੍ਰਿਤਸਰ 33.5 ਵੱਧ ਤੋਂ ਵੱਧ ਤੇ 26.8 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਲੁਧਿਆਣਾ 32.4 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 26.2 ਡਿਗਰੀ ਸੈਲਸੀਅਸ ਘੱਟ ਤੋਂ ਘੱਟ। ਪਟਿਆਲਾ ਵੱਧ ਤੋਂ ਵੱਧ ਤਾਪਮਾਨ ਰਿਹਾ 31 ਡਿਗਰੀ ਸੈਲਸੀਅਸ, ਠੀਕ, ਤੇ ਘੱਟ ਤੋਂ ਘੱਟ ਰਿਹਾ ਜੀ 24.4 ਡਿਗਰੀ ਸੈਲਸੀਅਸ।
ਬਠਿੰਡਾ ਵੱਧ ਤੋਂ ਵੱਧ ਰਿਹਾ ਜੀ 33.8 ਡਿਗਰੀ ਸੈਲਸੀਅਸ ਤੇ 25.6 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਜੀ। ਫਰੀਦਕੋਟ 33.2 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਰਿਹਾ ਅੱਜ ਤੇ ਘੱਟ ਤੋਂ ਘੱਟ ਰਿਹਾ 25.4 ਡਿਗਰੀ ਸੈਲਸੀਅਸ। ਠੀਕ ਹੈ। ਤੇ ਆਉਣ ਵਾਲੇ 24 ਘੰਟਿਆਂ 'ਚ ਕਹਿੰਦੇ ਵੀ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਆ ਕਿਤੇ ਕਿਤੇ। ਚੰਗੀ ਗੱਲ ਹੈ, ਆਉਣ ਦਿਓ, ਪੈਣੀ ਚਾਹੀਦੀ ਪੈਣੀ ਚਾਹੀਦੀ, ਬਿਲਕੁਲ ਆ ਮੌਸਮ ਆ, ਜੇ ਹੁਣ ਵੀ ਨਾ ਪਿਆ ਤਾਂ ਫੇਰ ਕਦੋਂ ਪੈਣਾ, ਮਸੀ ਤਾਂ ਮੌਨਸੂਨ ਆਇਆ। ਠੀਕ ਹੈ ਗੱਲ। ਸੋ ਕਿਸਾਨ ਵੀਰੋ ਤੇ ਭੈਣੋ, ਤੁਸੀਂ ਸਾਨੂੰ ਆਪਣੇ ਸੁਝਾਅ ਭੇਜੋ। ਸੁਝਾਅ ਭੇਜਣ ਲਈ ਸਾਡਾ ਪਤਾ ਤੁਸੀਂ ਨੋਟ ਕਰ ਲਓ। ਪਤਾ ਹੈ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, ਡੀਡੀ ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਵੀਰ ਮਾਰਗ, ਜਲੰਧਰ। ਪਿੰਨ ਕੋਡ ਹੈ 144001। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ। ਈਮੇਲ ਐਡਰੈਸ ਹੈ ddpunjabijalandhar@gmail.com। ਬਿਲਕੁਲ। ਕਿਸਾਨ ਵੀਰੋ ਤੇ ਭੈਣੋ, ਕਰੋਨਾ ਮਹਾਮਾਰੀ ਦਾ ਟਾਈਮ ਚੱਲ ਰਿਹਾ, ਵੈਕਸੀਨੇਸ਼ਨ ਆਈ ਹੋਈ ਹੈ, ਵੈਕਸੀਨੇਸ਼ਨ ਵੀ ਕਰਾਓ। ਪਰ ਵੈਕਸੀਨੇਸ਼ਨ ਕਰਾਉਣ ਤੋਂ ਬਾਅਦ ਵੀ ਇਹਤਿਆਤ ਜੋ ਅਸੀਂ ਪਹਿਲਾਂ ਵਰਤਦੇ ਸੀ ਉੱਦਾਂ ਹੀ ਵਰਤੀ ਜਾਣੀ ਹੈ। ਬਾਰ-ਬਾਰ ਹੱਥ ਵੀ ਧੋਈ ਜਾਣੇ ਆ ਜੀ ਜੀ, ਮਾਸਕ ਵੀ ਪਾ ਕੇ ਰੱਖਣਾ ਤੇ 2 ਗਜ਼ ਦੀ ਦੂਰੀ ਬਹੁਤ ਜ਼ਰੂਰੀ। ਬਸ ਇਹਨਾਂ ਚੀਜ਼ਾਂ ਦਾ ਖਿਆਲ ਕਰਕੇ ਅਸੀਂ ਆਪਣਾ ਤੇ ਆਪਣਿਆਂ ਦਾ ਬਚਾਅ ਕਰ ਸਕਾਂਗੇ। ਹੁਣ ਸਾਨੂੰ ਦਿਓ ਇਜਾਜ਼ਤ। ਡਾਕਟਰ ਸਾਹਿਬ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ ਜੀ।